गद दोख निकंदन दोख निकंदन अमरदास गुर हृदय श्री गुरु रामदास गुण गावो श्री गुरु रामदास गुण गावो गुरु अर्जन विघ्नन के नाशक विघ्नन के नाशक गुरु हर गोबिंद शुभ मत प्रकाशक शुभ मत प्रकाशक गुरु हर राय नमो कर जोरी नमो कर जोरी गुरु हर कृष्ण मनाय बहोरी नाय बहोरी तेग बहादुर परम कृपाला गुरु गोबिंद सिंह बेसाला गुरु गोबिंद सिंह बेसाला तरों तरापुर पुन पुन सीसा जी पुन पुन सीसा बंदों बार बार जगदीसा बंदो बार बार जगदीशा। श्री गुरु ग्रंथ साहिब महाराज जी दी पावन पवित्र हजूरी अंदर जुड़ बैठी गुरु प्यारी गुरु सवारी साध संगत जी, आप जी संध्या वेले दे समय अंदर सत संगत के अंदर जुड़ बैठे हो। महाराज श्री गुरु ग्रंथ साहिब जी दसदे ने अनक माया रंग तिख ना बुझावै हर का नाम जपत आ गावे। बाहरी तौर ते माया दे जिन्ने भी रंग ने मनुख बार बार इन्हां रंगां नूं माणी जाए माण के भी उसनूं अंदर शांति प्राप्त नहीं हुंदी। किते ना किते सूक्ष्म रूप दे विच मनुख दे अंदर परेशानी दी कोई ना कोई चिंगारी रह जांदी है। बाहरी तौर ते माया दे जिन्ने भी रंग ने जीव बार पदार्थां दा सेवन करदी है। सेवन कर करके जीव दे विचों रसां दी खिच है जिहड़ी वो नहीं जाती। कन बार किसी पदार्थ की किसी मनुख की सिफत सलाह सुनते ने, किसी की निंदा सुनते ने, कन भी नहीं रजते। बार निंदा सुनी जाणगे, किसी होर की सिफत सुनी जाणगे, फिर ये नहीं रजते। अखां बाहरी तौर पर रूप विंदियां ने, अड अड थावां ते घूमना चाहुंदियां ने, अड अड दृश्यां नूं अखां वेखदियां ने, अखां भी नहीं रजदियां। महाराज बाणी च यही कहंदे ने अनक माया रंग तिख ना बुझावै। माया दे बाहरी तौर दे रंग मनुख की जिहड़ी प्यास है अंदर वो नहीं बुझदी। जे अंदर शांति आउणी हुंदी हुण ती आ जानी सी। मनुख ने इस रसना थाणी पता नहीं किन्ने पदार्थां नूं सेवन किया है, पर अंतली स्टेज तई जदों तई इस दुनिया तो मनुख चला नहीं जाता उदों तई पदार्थां दा रस माणना इहदे अंदर उहदी खिच लगी रहिंदी है। कई वारी तो मनुख ऐसा हुंदा है अंत तई भी जाके रसना दे तंतु ने जिहड़े वो रस लैना ही बंद कर दिंदे ने, पर मनुख की जिहड़ी रसना नाल खाण की प्रवृत्ति है वो इहदे मन ते प्रबल रहिंदी है। महाराज बाणी च यही कहंदे ने
ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਆਤਮਿਕ ਆਨੰਦ ਨੂੰ ਪ੍ਰਾਪਤ ਕਰ ਲਏਗਾ, ਸ਼ਾਂਤੀ ਪ੍ਰਾਪਤ ਹੋ ਜਾਏਗੀ। ਕਦੋਂ? ਹਰ ਕਾ ਨਾਮ ਜਪਤ ਆਘਾਵੈ, ਜਦੋਂ ਉਸ ਦਾ ਮਨ ਪਰਮਾਤਮਾ ਦੇ ਗੁਣਾਂ ਨੂੰ ਬਾਰ-ਬਾਰ ਵਿਚਾਰਦਾ ਹੈ, ਬਾਰ-ਬਾਰ ਸੁਣਦਾ ਹੈ ਤੇ ਬਾਰ-ਬਾਰ ਜਪਦਾ ਹੈ, ਉਸ ਦੇ ਨਾਲ ਫਿਰ ਉਹ ਰੱਜਣਾ ਸ਼ੁਰੂ ਹੋ ਜਾਂਦਾ ਹੈ। ਹਰ ਕਾ ਨਾਮ ਜਪਤ ਆਘਾਵੈ, ਕਿਉਂਕਿ ਜਿਹੜਾ ਬਾਹਰੀ ਤੌਰ ਤੇ ਅਸੀਂ ਨਾਮ ਜਪਦੇ ਹਾਂ, ਇਹ ਨਾਮ ਮਨੁੱਖ ਨੂੰ ਉਸ ਨਾਮ ਤੇ ਹੀ ਲੈ ਜਾਂਦਾ ਹੈ ਜਿਹੜਾ ਇਸ ਦੀ ਦੇਹੀ ਦੇ ਅੰਦਰ ਹੈ, ਸੂਖਸ਼ਮ ਸਰੀਰ ਦੇ ਅੰਦਰ ਹੈ, ਸੂਖਸ਼ਮ ਸਰੀਰ ਤੋਂ ਵੀ ਅੱਗੇ ਹੈ। ਬਾਣੀ ਕਹਿੰਦੀ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਦੇਹ ਦੇ ਅੰਦਰ ਇਹਦਾ ਵਿਸ਼ਰਾਮ ਹੈ, ਦੇਹੀ ਦੇ ਅੰਦਰ ਨਾਮ ਹੈ। ਮਨੁੱਖ ਆ ਦੇਹੀ ਨਹੀਂ, ਇਹ ਦੇਹੀ ਤੇ ਖਤਮ ਹੋ ਜਾਏਗੀ, ਇਹਦੇ ਵਿੱਚ ਨਾਮ ਨਹੀਂ ਹੈ। ਇਸ ਦੇਹੀ ਦੇ ਨਾਲ ਮਨੁੱਖ ਨਾਮ ਜਪ ਸਕਦਾ ਹੈ, ਇਸ ਦੇਹੀ ਦੇ ਵਿੱਚ ਰਹਿ ਕੇ ਨਾਮ ਜਪਿਆ ਜਾ ਸਕਦਾ ਹੈ। ਦੇਹੀਆਂ ਤੇ ਹੋਰ ਵੀ ਨੇ ਦੁਨੀਆ ਤੇ 83,999 ਜੂਨੀਆਂ ਇਸ ਤੋਂ ਇਲਾਵਾ ਨੇ, ਮਨੁੱਖਾ ਜੂਨ ਤੋਂ ਇਲਾਵਾ ਉਹ ਸਾਰੀਆਂ ਦੇਹੀਆਂ ਨੇ, ਪਰ ਉਹਨਾਂ ਦੇ ਵਿੱਚ ਐਸੀ ਫੈਸਿਲਿਟੀ ਨਹੀਂ ਹੈ ਵੀ ਮਨੁੱਖ ਨਾਮ ਜਪ ਸਕੇ। ਨਾਮ ਜਪ ਜਪ ਕੇ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਸਕੇ, ਐਸਾ ਨਹੀਂ ਹੈ ਉਹਦੇ ਵਿੱਚ। ਸਿਰਫ ਇਸੇ ਵਿੱਚ ਹੀ ਐਸਾ ਕੰਮ ਹੈ। ਉਹ ਵੱਖਰੀ ਗੱਲ ਹੈ। ਮਨੁੱਖ ਦੇ ਮਨ ਦੇ ਉੱਤੇ ਮਾਇਆ ਦਾ ਏਡਾ ਪ੍ਰਭਾਵ ਹੈ, ਇਸ ਦੇਹੀ ਦੀ ਸਹੀ ਵਰਤੋਂ ਕਰਨੀ ਮਨੁੱਖ ਨੂੰ ਨਹੀਂ ਆਉਂਦੀ। ਇਸ ਦੇਹੀ ਦੀ ਜਿਹੜੀ ਵਰਤੋਂ ਹੈ, ਸਹੀ ਤਰੀਕੇ ਨਾਲ ਵਰਤਣਾ ਕੋਈ ਜਾਣਦਾ ਹੈ ਇਸ ਨੂੰ। ਮੈਂ ਕਈ ਵਾਰੀ ਇੱਕ ਉਦਾਹਰਣ ਲੈਣਾ ਹੁੰਦਾ ਸਾਧ ਸੰਗਤ, ਜਿਵੇਂ ਅਸੀਂ ਬਾਹਰੀ ਤੌਰ ਤੇ ਵੇਖਦੇ ਹਾਂ, ਕਿਸੇ ਮਨੁੱਖ ਦੇ ਕੋਲ ਬਹੁਤ ਵੱਡੀ ਗੱਡੀ ਹੋਏ 45-50 ਲੱਖ ਦੀ, ਉਸ ਦੇ ਵਿੱਚ ਉਹ ਬਾਹਰੀ ਤੌਰ ਤੇ ਜਿਵੇਂ ਜ਼ਿਮੀਂਦਾਰ ਡੰਗਰਾਂ ਵਾਸਤੇ ਚਾਰਾ ਲੈ ਜਾਂਦੇ ਨੇ, ਉਹ ਮਹਿੰਗੀ ਗੱਡੀ ਦੇ ਵਿੱਚ ਚਾਰਾ ਢੋਣਾ ਸ਼ੁਰੂ ਕਰ ਦੇਵੇ। ਸਿਆਣੇ ਪੁਰਸ਼ ਨੂੰ ਕਹਿਣਗੇ ਸਿਆਣਾ ਬਣ, ਜੇ ਚਾਰਾ ਹੀ ਢੋਣਾ ਸੀ ਫਿਰ 2-4 ਲੱਖ ਦੀ ਗੱਡੀ ਲੈ ਉਹਦੇ ਵਿੱਚ ਢੋ ਲੈਣਾ ਸੀ। ਆ 35-40-50 ਲੱਖ ਕਿਉਂ ਖਰਾਬ ਕੀਤੇ ਨੇ? ਉਹ ਕਹਿੰਦਾ ਨਹੀਂ, ਮੇਰੀ ਮਰਜ਼ੀ ਹੈ, ਮੈਂ ਚਾਰਾ ਹੀ ਢੋਣਾ ਹੈ। ਬਸ ਇਵੇਂ ਇਹ ਦੇਹੀ ਹੈ। ਜੇ ਖਾਣਾ ਹੀ ਹੈ, ਜੇ ਸੌਣਾ ਹੀ ਹੈ, ਜੇ ਨਿੰਦਰ ਦੇ ਵਿੱਚ ਹੀ ਟਾਈਮ ਕੱਢ ਦੇਣਾ, ਫਿਰ ਤੇ ਉਹ ਪਸ਼ੂਆਂ ਵਾਲੀ ਠੀਕ ਸੀ। ਸਗੋਂ ਇਸ ਦੇਹੀ 'ਚ ਆ ਕੇ ਤੇ ਪਰੇਸ਼ਾਨੀਆਂ ਪਸ਼ੂਆਂ ਨਾਲੋਂ ਵਧੀਆਂ ਨੇ। ਇਸ ਕਰਕੇ ਵਿਚਾਰਵਾਨ ਪੁਰਸ਼ ਕਹਿੰਦੇ ਨੇ, ਜੇ ਇਸ ਦੇਹੀ ਦੇ ਵਿੱਚ ਆ ਕੇ ਵੀ ਕਰਤੱਵ ਠੀਕ ਨਹੀਂ ਨਾ ਕਰਨੇ, ਫਿਰ ਉਹ ਪਸ਼ੂਆਂ ਵਾਲੀ ਠੀਕ ਸੀ। ਇਹਦੀ ਕੀ ਜ਼ਰੂਰਤ ਸੀ? ਪਰਮੇਸ਼ਰ ਅੱਗੇ ਬੇਨਤੀ ਕੀਤੀ ਜਾਏ, ਪਰਮੇਸ਼ਰ ਉਹੀ ਦੇ ਦੇ, ਉੱਥੇ ਠੀਕ ਹੈ। ਸਗੋਂ ਖਾਵਾਂਗੇ ਸੋਵਾਂਗੇ ਤੇ ਰੱਜ ਜਾਵਾਂਗੇ, ਬਸ ਕੰਮ ਹੀ ਨਹੀਂ ਦੂਜਾ। ਇਸ ਦੇਹੀ ਦੇ ਵਿੱਚ ਇੱਕ ਵੱਖਰਾ ਕੰਮ ਮਨੁੱਖ ਕਰਦਾ ਹੈ, ਉਹ ਹੈ ਬੰਦਗੀ, ਪਰਮੇਸ਼ਰ ਦਾ ਨਾਮ। ਜੇ ਉਹ ਇਸ ਨੇ ਨਹੀਂ ਲੈਣਾ, ਫਿਰ ਉਹੀ ਠੀਕ ਹੈ। ਜਿਵੇਂ ਉਹ ਛੋਟੀ ਗੱਡੀ ਠੀਕ ਹੈ। ਜੇ ਗੱਡੀ ਵਿੱਚ ਚਾਰਾ ਹੀ ਢੋਣਾ ਹੈ, ਫਿਰ ਇੰਨੇ ਮਹਿੰਗੇ ਸਰੀਰ ਦੀ ਕਿਉਂ? ਬਾਣੀ ਕਹਿੰਦੀ ਹੈ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹ ਮਾਨਸ ਦੇਹੀ ਐਵੇਂ ਨਹੀਂ ਮਿਲੀ। ਸਾਧ ਸੰਗਤ, ਜਿਵੇਂ ਇੰਨਾ ਮਨੁੱਖ ਨੂੰ ਯਤਨ ਬਾਹਰੀ ਤੌਰ ਤੇ ਕਰੋੜਾਂ ਰੁਪਈਆ ਇਕੱਠਾ ਕਰਨ 'ਚ ਨਹੀਂ ਲੱਗਦਾ, ਜਿੰਨਾ ਯਤਨ ਮਨੁੱਖ ਨੂੰ ਇਹ ਦੇਹੀ ਲੈਣ ਵਾਸਤੇ ਕਰਨਾ ਪਿਆ ਹੈ। ਬਾਣੀ ਕਹਿੰਦੀ ਪਤਾ ਨਹੀਂ ਕਿੰਨੇ ਹੀ ਜਨਮ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕਰੰਗਾ। ਗੱਜ ਕਹਿੰਦੇ ਨੇ ਹਾਥੀ ਨੂੰ, ਮੀਨ ਕਹਿੰਦੇ ਮਛਲੀ ਨੂੰ। ਕਈ ਜਨਮ ਗੱਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਕਈ ਜਨਮ ਤੂੰ ਪੰਖੀ ਬਣਿਆ, ਸਰਪ ਬਣਿਆ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਹਿੰਦੀ ਚਿਰੰਕਾਲ ਇਹ ਦੇਹ ਸੰਜਰੀਆ, ਬੜੇ ਲੰਮੇ ਸਮੇਂ ਤੋਂ ਬਾਅਦ ਇਹ ਦੇਹੀ ਮਿਲੀ ਹੈ। ਕਈ ਜਨਮ ਪਸ਼ੂਆਂ ਦੇ ਕੱਢੇ ਨੇ, ਕਈ ਜਨਮ ਪੰਛੀਆਂ ਦੇ ਕੱਢੇ ਨੇ। ਬੜੇ ਜ਼ਿਆਦਾ ਜਨਮ ਕੱਢਣ ਤੋਂ ਬਾਅਦ ਫਿਰ ਇਹ ਦੇਹੀ, ਚਿਰੰਕਾਲ ਇਹ ਦੇਹ ਸੰਜਰੀਆ, ਇਹ ਦੇਹੀ ਮਿਲੀ ਆ ਬੜੇ ਲੰਮੇ ਸਮੇਂ ਤੋਂ ਬਾਅਦ।
जे हज़ारां जन्म कढ़ के लखां जन्म कढ़ के ये प्राप्त हुई है, फिर इनू तो साਂਭ के रखना चाहिए। फिर जेड़े काम वास्ते लईए वो करना चाहिए। जिमें बाहरी तौर पर मनुख पैसा इकट्ठा करे तो अंत दे विच आके नशे च अयाशियां च डोना शुरू कर दे। लोग कहते पागल है, इन्नी मेहनत नाल पैसा इकट्ठा किया, हुण खराब कर रहे हैं। क्यों कर रहे हैं भाई? वो तेनू बड़ा समा लगे इनू लैण च, याद कर वो समा। बस जे किते मनुख नूं ये याद आ जाएगा ये देही वास्ते मैं किन्ने जतन किए ने, फिर वो बंदगी तो बिना नहीं रह सकेगा। फिर वो 24 घंटे परमेश्वर नूं याद करेगा। साध संगत एक गल होर भी है, मैं कई बार सोचदा मनुख का मन किड्डा कठोर हुंदा जांदा है। जदों किते बच्चा हुंदा है ना 2-3 साल का हुंदा है, कई घरां छोटे बच्चे हुंदे ने, असीं महसूस करीदा है। जदों बच्चा छोटा हुंदा है ना, रबड़ दीयां गुड्डियां हुंदियां ने, उन्हां नाल भी गल्लां करदा है, सोचदा है इन्हां विच भी जीवन है। जदों छोटा हुंदा है, जदों वड्डा हो जांदा है, वड्डियां नाल भी गल्लां नहीं करदा, उन्हां विच भी जीवन नहीं नज़र आउंदा। वड्डा हो के वड्डियां 'च जीवन नहीं नज़र आउंदा, वड्डा हो के मनुखां विच नहीं जीवन नज़र आउंदा। जदों छोटा हुंदा है उदों प्लास्टिक विच भी जीवन गल्लां करी जांदा है, प्लास्टिक नाल। ये मनुख दी क्यों? जदों मनुख बच्चा हिरदा कोमल है, तो कोमल मनुख घास फूस के उत्ते भी तुरेगा ना साध संगत, उत्थे वेख के तुरदा है, देखो इन्हां नूं भी दर्द हुंदा होएगा। ऐसी 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 फीलिंग उहदे अंदर चलदी है। पर साध संगत जिमें जिमें वड्डा होई जांदा है, जिमें जिमें वड्डा होई जांदा है, दया निकलदी जांदी है। सिर्फ मनुख के अंदर लोभ रह जांदा है, क्रोध रह जांदा है, हंकार रह जांदा है, बाकी सारा कुछ ही जांदा रहिंदा है। किड्डी कोमलताई, मैं फिर कहां, ब्रह्म ज्ञानी और एक बच्चा दोवां दी अवस्था सेम है, समझ बराबर नहीं हुंदी। समझ ब्रह्म ज्ञानी दी बहुत ज़्यादा हुंदी है, बच्चे कोल समझ नहीं हुंदी। अवस्था बराबर हुंदी है। बच्चे वास्ते कोई वैरी नहीं, कोई मित्र नहीं। 1-1.5 साल के बच्चे वास्ते कोई वैरी नहीं, कोई मित्र नहीं। ਉਹਦੇ वास्ते कुछ चंगा नहीं, कुछ माड़ा नहीं। हुण उदों तई एक ब्रह्म ज्ञानी मनुख ते एक बच्चा अवस्थावां बराबर ने, पर समझ बराबर नहीं है। समझ ब्रह्म ज्ञानी की बहुत ज़्यादा हुंदी है। सो अज आपां जिहड़ी गुरु साहिब जी की कथा चलनी है, इहदे विच महाराज जी दे कोल एक सिख होया भाई पारो जुलका। साध संगत वो ब्रह्म ज्ञानी सन, ते गुरु साहिब जी का उन्हां नाल संवाद चलेगा। आओ बड़े प्यार दे नाल ये जिहड़ी कथा चलदी है इसनूं श्रवण करिए। आरंभ करन तो पहला गुरु जी वालों बख्शी हुई जो सच्चे पातशाह गुरमंत्र बख्शिया है, उहदे नाल सांझ पाइए। सतनाम श्री वाहेगुरु साहिब जी। सतनाम श्री वाहेगुरु साहिब जी। एक दिन श्री सतगुरु जी अमरदास सुख रास। एक दिन श्री गुरु अमरदास जी सुखां दे रास, जो सुखां दे घर हन, करियो हकारन एक लो पारो अपने पास। महाराज जी ने अपने कोल भाई पारो नूं अकल्ले नूं, जिथे महाराज रहिंदे हुंदे सन उत्थे सतगुरु जी ने बुलाया है। परमहंस आवास्था जाही जड़ है चेतन एक ते बिल गाही। भाई पारो जी वास्ते जड़ ते चेतन एक बराबर हो गए ने। मतलब साध संगत जो ब्रह्म ज्ञानी मनुख हो जाता है ਉਹਦੇ वास्ते मिट्टी ते सोना बराबर हो जाते हैं, ਉਹਦੇ वास्ते दुख ते सुख बराबर हो जाते हैं, ਉਹਦੇ वास्ते मित्र ते शत्रु बराबर हो जाते हैं, ਉਹਦੇ वास्ते कोई मित्र नहीं, कोई शत्रु नहीं, ना ਉਹਦੇ वास्ते हासा मायने रखता है, ना ਉਹਦੇ वास्ते रोना मायने रखता है। दोवें अवस्थावां च बराबर है। क्यों? क्योंकि वह हरेक कर्म दे विच परमात्मा नूं वेखना शुरू कर दिंदा। उहनूं पता लग जाता मैं कुछ नहीं हाँ, मैं है ही नहीं। बाकी तो गल एक तो होंदा ना कुछ नहीं हाँ, मैं इतों अगे चलना कुछ है ही नहीं।
ਇੱਕ ਤੇ ਹੁੰਦਾ ਮੈਂ ਕੁਛ ਹਾਂ, ਇਹਦੇ ਵਿੱਚ ਵੀ ਮੈਂ ਤੇ ਹੈਗੀ ਹੈ, ਕੁਛ ਨਹੀਂ ਹੈ, ਸਭ ਗੋਬਿੰਦ ਹੈ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਉਹਦੇ ਵਾਸਤੇ ਇਹ ਪਤਾ ਲੱਗ ਜਾਂਦਾ ਉਹ ਜੋ ਕੁਝ ਬੋਲ ਰਿਹਾ ਮੈਂ ਨਹੀਂ ਬੋਲ ਰਿਹਾ, ਰੱਬ ਬੋਲ ਰਿਹਾ, ਮੈਂ ਖਤਮ। ਉਹਨੂੰ ਕਹਿੰਦੇ ਨੇ ਇਹ ਬ੍ਰਹਮ ਗਿਆਨ 'ਚ ਪਹੁੰਚ ਗਿਆ। ਉਹਦੇ ਵਾਸਤੇ ਨਾ ਕੋਈ ਹਿੰਦੂ ਨਾ ਮੁਸਲਮਾਨ। ਬਾਣੀ 'ਚ ਮਹਾਰਾਜ ਨੇ ਕਿਹਾ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕੋਈ ਧਾਰਮਿਕ ਨਹੀਂ, ਸਭ ਇੱਕੋ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਨੂਰ ਤੋਂ ਸਾਰੇ ਪੈਦਾ ਹੋਏ ਨੇ। ਸਾਧ ਸੰਗਤ ਜੇ ਥੋੜਾ ਜਿਹਾ ਅੱਗੇ ਜਾ ਕੇ ਵੇਖੀਏ ਨਾ, ਜਿਸ ਦਿਨ ਆਪਾਂ ਚੱਲੇ ਹੋਵਾਂਗੇ, ਜਿੰਨੇ ਵੀ ਦੁਨੀਆ ਤੇ ਲੋਕ ਨੇ, ਜਿਸ ਦਿਨ ਤੁਰੇ ਹੋਣਗੇ, ਹਰੇਕ ਮਨੁੱਖ ਦਾ ਮੁੱਢ ਮੂਲ ਹੈ ਨਾ ਜਿਹੜਾ, ਉਹ ਪਰਮਾਤਮਾ ਹੀ ਤੇ ਹੈ। ਜਿੰਨੀ ਸ੍ਰਿਸ਼ਟੀ ਹੈ ਸਾਰੇ ਉੱਤੋਂ ਹੀ ਤੇ ਪੈਦਾ ਹੋਏ ਨੇ। ਫਿਰ ਤੇ ਸਾਰੇ ਆਪਸ ਦੇ ਵਿੱਚ ਰਿਸ਼ਤੇਦਾਰ ਨੇ, ਫਿਰ ਇੱਕ ਦੂਜੇ ਨਾਲ ਲੜਦੇ ਕਿਉਂ ਨੇ? ਜਦੋਂ ਸਾਰਿਆਂ ਦਾ ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਜਦੋਂ ਸਾਰਿਆਂ ਦੀ ਮਾਂ ਵੀ ਪਰਮਾਤਮਾ ਹੈ ਤੇ ਸਾਰਿਆਂ ਦਾ ਪਿਤਾ ਵੀ ਪਰਮਾਤਮਾ ਹੈ, ਫਿਰ ਪਰਮਾਤਮਾ ਦੇ ਜਿਹੜੇ ਜਣੇ ਹੋਏ ਲੋਕ ਨੇ ਉਹਨਾਂ ਵਿੱਚ ਝਗੜੇ ਕਿਉਂ ਨੇ? ਕਿਉਂਕਿ ਏਕ ਨੂਰ ਤੇ ਸਭ ਜਗ ਉਪਜਿਆ। ਜਦੋਂ ਪੈਦਾ ਇੱਕ ਨੂਰ ਤੋਂ ਹੋਏ ਨੇ ਫਿਰ ਤੇ ਸਾਰੇ ਰਿਸ਼ਤੇਦਾਰ ਨੇ। ਪਰ ਮਨੁੱਖ ਦੇ ਵਿੱਚ ਨਾ ਬੰਧਨ ਪੈ ਗਿਆ ਕਿ ਇਹ ਫਲਾਣੀ ਜਾਤ ਚੋਂ ਹੈ, ਇਹ ਫਲਾਣੀ ਕੁੱਲ ਚੋਂ ਹੈ। ਕਿਉਂ? ਇਹਨੂੰ ਹਜੇ ਤਾਈਂ ਆਪਣੀ ਕੁੱਲ ਯਾਦ ਹੈ, ਬੰਦਗੀ ਨਹੀਂ ਨਾ ਹੈ। ਇਹ ਬੰਧਨ ਹੈ ਸਾਧ ਸੰਗਤ। ਆਪਾਂ ਕਈ ਵਾਰੀ ਕਹਿੰਦੇ ਮੁਕਤੀ ਲੈਣੀ ਹੈ, ਜਿਸ ਦਿਨ ਇਹ ਬੰਧਨ ਟੁੱਟ ਜਾਏਗਾ ਸਮਝੋ ਮੁਕਤ ਹੁੰਦਾ ਜਾ ਰਿਹਾ। ਬੰਧਨ ਟੁੱਟਣੇ ਨੇ ਇੱਕ ਦਿਨ, ਇਹੀ ਤੇ ਬੰਧਨ ਪਏ ਨੇ ਮਨੁੱਖ ਨੂੰ, ਹੋਰ ਕੋਈ ਬੰਧਨ ਨਹੀਂ। ਸਰੀਰਿਕ ਤੌਰ ਤੇ ਮਨੁੱਖ ਉੱਤੇ ਕੋਈ ਬੰਧਨ ਨਹੀਂ ਹੈ, ਇਹ ਸਾਰੇ ਮਾਨਸਿਕ ਬੰਧਨ ਨੇ ਜਿੰਨੇ ਔਗਣ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਵੀ ਔਗਣ ਨੇ ਨਾ, ਇਹੀ ਗੱਲ ਦੇ ਵਿੱਚ ਜੰਜੀਰਾਂ ਨੇ, ਇਹੀ ਮਨੁੱਖ ਨੂੰ ਬਾਰ-ਬਾਰ ਇੱਥੇ ਲਈ ਆਉਂਦੇ ਨੇ। ਇਹ ਹਉਮੈ ਹੈ, ਮੈਂ ਫਲਾਣਾ ਹਾਂ। ਨੂੰ ਕਈ ਵਾਰੀ ਯਾਦ ਆਉਂਦੀ ਹੈ ਬੁੱਲੇ ਸ਼ਾਹ ਦੀ ਗਾਥਾ, ਕਿਉਂਕਿ ਬ੍ਰਹਮ ਗਿਆਨੀ ਦੀ ਗੱਲ ਚੱਲ ਰਹੀ ਹੈ। ਬੁੱਲੇ ਸ਼ਾਹ ਕਹਿੰਦੇ ਨੇ ਇੱਕ ਦਿਨ ਰਮਜ਼ਾਨ ਦੇ ਦਿਨਾਂ ਵਿੱਚ ਲੰਗਰ ਪਕਾ ਲਿਆ ਮਸੀਤ ਵਿੱਚ ਜਾ ਕੇ। ਹੁਣ ਰਮਜ਼ਾਨ 'ਚ ਕੌਣ ਰੋਟੀ ਖਾਂਦਾ ਹੈ? ਪਿੰਡ ਦਿਆਂ ਨੇ ਫੜ ਕੇ ਬੜਾ ਕੁੱਟਿਆ ਬੁੱਲੇ ਸ਼ਾਹ ਨੂੰ। ਬੁੱਲੇ ਸ਼ਾਹ ਨੂੰ ਨਹੀਂ ਕੁੱਟਿਆ, ਦੋ ਜਣੇ ਸਨ, ਦੂਜੇ ਨੂੰ ਕੁੱਟਿਆ, ਬੁੱਲੇ ਨੂੰ ਬਾਹਰ ਸੁੱਟ ਦਿੱਤਾ। ਦੂਜਾ ਪੁੱਛਦਾ ਹੈ ਭਾਈ ਇਹਨੂੰ, ਕਹਿੰਦਾ ਹੈ ਬੁੱਲੇ ਜੀ ਤੁਹਾਨੂੰ ਤੇ ਉਹਨਾਂ ਕੁੱਟਿਆ ਨਹੀਂ, ਮੈਨੂੰ ਕਿਉਂ ਕੁੱਟਿਆ? ਬੁੱਲਾ ਕਹਿੰਦਾ ਜ਼ਰੂਰ ਤੂੰ ਕੁਝ ਬਣਿਆ ਹੋਵੇਗਾ। ਕਹਿੰਦੇ ਹਾਂ। ਕਹਿੰਦੇ ਤੈਨੂੰ ਪੁੱਛਿਆ ਸੀ ਉਹਨਾਂ ਕੁਛ? ਕਹਿੰਦੇ ਹਾਂਜੀ। ਤੂੰ ਕੀ ਦੱਸਿਆ? ਕਹਿੰਦੇ ਮੈਂ ਫਲਾਣੇ ਦਾ ਹਾਂ, ਫਲਾਣਾ ਮੁਸਲਮਾਨਾਂ 'ਚੋਂ ਉਹਦਾ ਲੜਕਾ ਹਾਂ। ਕਹਿੰਦੇ ਬਸ ਤਾਂ ਹੀ ਤੇ ਤੈਨੂੰ ਮਾਰ ਪਈ ਹੈ। ਕਹਿੰਦੇ ਤੁਹਾਨੂੰ ਹੀ ਪੁੱਛਿਆ? ਕਹਿੰਦੇ ਮੈਨੂੰ ਪੁੱਛਿਆ। ਕਹਿੰਦੇ ਤੁਸੀਂ ਕੀ ਕੀਤਾ? ਕਹਿੰਦੇ ਮੈਂ ਚੁੱਪ ਰਿਹਾ, ਗੂੰਗਾ ਹੋ ਗਿਆ। ਸਾਧ ਸੰਗਤ ਕਹਿੰਦੇ ਗੂੰਗਾ ਹੋ ਗਿਆ, ਮੈਨੂੰ ਉਹਨਾਂ ਚੁੱਕ ਕੇ ਬਾਹਰ ਸੁੱਟਤਾ, ਇਹਨੂੰ ਤਾਂ ਕੋਈ ਪਤਾ ਹੀ ਨਹੀਂ, ਜਾਓ ਬਾਹਰ, ਪਾਗਲ ਹੀ ਹੈ। ਕਹਿੰਦੇ ਯਾਦ ਰੱਖੀ ਸੱਜਣਾ, ਦੁਨੀਆ 'ਚ ਮਾਰਾਂ ਉਹਨਾਂ ਨੂੰ ਪੈਂਦੀਆਂ ਨੇ ਜਿਹੜੇ ਕੁਝ ਬਣਦੇ ਨੇ। ਜਿਹੜੇ ਕਹਿੰਦੇ ਨੇ ਨਾ ਸਭ ਗੋਬਿੰਦ ਹੈ, ਉਹਨਾਂ ਨੂੰ ਕੋਈ ਮਾਰ ਨਹੀਂ ਦੁਨੀਆ ਤੇ। ਅਸਲ 'ਚ ਮਨੁੱਖ ਨੂੰ ਮਾਰ ਉਦੋਂ ਤੋਂ ਹੀ ਜਦੋਂ ਕਹਿੰਦਾ ਮੈਂ ਕੁਝ ਕਰ ਰਿਹਾ, ਉਦੋਂ ਤੋਂ ਹੀ ਇਹ ਦੁਖੀ ਹੈ। ਫਿਰ ਘਰ ਦੇ ਵਿੱਚ ਇਹਨੇ ਪੈਸਾ ਕਮਾਇਆ, ਜੇ ਕਿਸੇ ਨੇ ਡਾ ਦਿੱਤਾ ਫਿਰ ਦੁਖੀ ਹੋਏਗਾ। ਕਿਉਂ? ਮੈਂ ਕਮਾਇਆ ਸੀ, ਸਾਰੀ ਕਮਾਈ ਉਜਾੜ ਦਿੱਤੀ ਹੈ। ਉਹਨੂੰ ਇਹ ਨਹੀਂ ਪਤਾ ਤੂੰ ਨਹੀਂ ਕਮਾਉਣ ਵਾਲਾ, ਤੈਨੂੰ ਉਹਨੇ ਦਿੱਤਾ ਹੈ। ਘਰ ਦੇ ਵਿੱਚ ਜਿਹੜਾ ਵੀ ਕਮਾ ਰਿਹਾ, ਕਮਾ ਉਹ ਨਹੀਂ ਰਿਹਾ ਸਾਧ ਸੰਗਤ, ਸਾਰੇ ਪਰਿਵਾਰ ਦੇ ਮੈਂਬਰਾਂ ਦੇ ਕਰਮ ਜੁੜੇ ਨੇ ਉਹਦੇ ਨਾਲ। ਇੱਕ ਕਮਾ ਰਿਹਾ, ਸਾਰਿਆਂ ਦੇ ਕਰਮ ਨੇ ਉਹਦੇ ਨਾਲ। ਪਰਮਾਤਮਾ ਵਸੀਲੇ ਸਾਰਿਆਂ ਨੂੰ, ਉਹਨੂੰ ਤੇ ਸਾਰਿਆਂ ਦਾ ਫਿਕਰ ਹੈ ਨਾ, ਵਸੀਲੇ ਉਹਦੇ ਵਿੱਚ ਦੀ ਬਣਾਉਂਦਾ ਸਾਰਿਆਂ ਦੇ ਹੀ। ਬਸ ਮਨੁੱਖ ਜਦੋਂ ਤਾਈਂ ਆਪਣੇ ਆਪ ਨੂੰ ਕਰਤਾ ਸਮਝਦਾ ਹੈ, ਉਦੋਂ ਤਾਈਂ ਇਹਨੂੰ ਦੁੱਖ ਹੀ ਦੁੱਖ ਹੈ। ਉਦੋਂ ਤਾਈਂ ਫਿਰ ਇਹਨੂੰ ਐਵੇਂ ਵੀ ਹੋਏਗਾ ਮੈਂ ਕਿਵੇਂ ਕਮਾਵਾਂਗਾ, ਜਿਸ ਦਿਨ ਨਹੀਂ ਕਮਾਏਗਾ ਉਸ ਦਿਨ ਮੈਂ ਕਿਵੇਂ ਕਮਾਵਾਂਗਾ। ਜਿਸ ਦਿਨ ਬਹੁਤ ਜ਼ਿਆਦਾ ਕਮਾ ਲੇਗਾ ਉਸ ਦਿਨ ਕਹੇਗਾ ਮੈਂ ਬਹੁਤ ਜ਼ਿਆਦਾ ਕਮਾ ਲਿਆ। ਫਿਰ ਇਸ ਚੀਜ਼ ਦੀ ਪਰੇਸ਼ਾਨੀ ਜਿਹੜੀ ਮਨੁੱਖ ਨੂੰ ਬਣੀ ਰਹਿੰਦੀ ਹੈ। ਜਿਮ ਪਾਣੀ ਪੈ ਇੱਕ ਹੋਏ ਜਾਏ, ਹੰਸ ਕਰਹਿ ਦੋਇਨ ਪ੍ਰਿਤ ਖਾਏ। ਜਿਹੜਾ ਪਰਮਹੰਸ ਹੋ ਜਾਂਦਾ ਨਾ ਸਾਧ ਸੰਗਤ, ਬ੍ਰਹਮ ਗਿਆਨੀ ਹੋ ਜਾਂਦਾ ਹੈ। ਜਿਵੇਂ ਪਾਣੀ ਤੇ ਦੁੱਧ ਇਕੱਠਾ ਹੋ ਜਾਏ ਨਾ, ਦੁਨੀਆ ਦੀ ਕੋਈ ਵੀ ਚੀਜ਼ ਉਹਨੂੰ ਅਲੱਗ ਨਹੀਂ ਕਰਦੀ। ਸਿਰਫ ਹੰਸ ਹੁੰਦਾ ਹੈ ਨਾ ਜਿਹੜਾ, ਉਹ ਉਹਨੂੰ ਅਲੱਗ ਕਰ ਸਕਦਾ ਹੈ। ਇਵੇਂ ਜਿਹੜਾ ਪਰਮਹੰਸ ਹੈ ਨਾ, ਦੁਨੀਆ ਦੇ ਵਿੱਚ ਪਰਮਾਤਮਾ ਮਾਇਆ ਦੇ ਵਿੱਚ ਹੀ ਹੈ, ਇਹਦੇ ਵਿੱਚ ਹੀ ਹੈ ਉਹ। ਘਟ ਘਟ ਮੈਂ ਹਰਜੂ ਬਸੈ।
ਪਰ ਜਿਹੜਾ ਪਰਮਹੰਸ ਹੈ ਨਾ, ਉਹ ਮਾਇਆ ਤੇ ਪਰਮਾਤਮਾ ਨੂੰ ਵੱਖੋ ਵੱਖਰਾ ਵੇਖ ਲੈਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਮਾਇਆ ਕੀ ਹੁੰਦੀ ਹੈ, ਸਮਝ ਇੰਨੀ ਬਣ ਜਾਂਦੀ ਹੈ ਉਹਦੀ। ਕਿਉਂ? ਕਿਉਂਕਿ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਂਦਾ ਹੈ। ਤੁਰਿਆ ਮੈਂ ਬ੍ਰਿਤ ਥਿਤ ਨਿਤ ਰਹੇ, ਡੇਕ ਬਿਠਾਏ ਤਹ ਸੋ ਗੁਰ ਕਹੇ। ਉਹ ਹਮੇਸ਼ਾ ਤੁਰੀਆ ਅਵਸਥਾ ਵਿੱਚ ਰਹਿੰਦੇ ਸਨ। ਉਹ ਅਫੁਰ ਅਵਸਥਾ, ਉਹ ਵਾਲੀ ਅਵਸਥਾ ਜਿੱਥੇ ਜਾ ਕੇ ਸੰਕਲਪ ਤੇ ਵਿਕਲਪ ਦੋਵੇਂ ਬੰਦ ਹੋ ਜਾਂਦੇ ਨੇ। ਅਫੁਰ, ਜਿੱਥੇ ਕੋਈ ਫੁਰਨਾ ਨਹੀਂ। ਹਜੇ ਤੇ ਫੁਰਨਾ ਬਣਦਾ ਹੈ, ਜਿਵੇਂ ਬਾਹਰੀ ਤੌਰ ਤੇ ਕਿਸੇ ਦਾ ਧਨ ਵੇਖਾਂਗੇ, ਫੁਰਨਾ ਤੇ ਬਣੇਗਾ। ਫਿਰ ਸੰਗਤ 'ਚ ਕੋਈ ਗੱਲ ਸੁਣੀ ਹੈ, ਨਾਲੋਂ ਨਾਲ ਮਨੁੱਖ ਉਹ ਆਪਣੇ ਹੀ ਸੰਕਲਪ ਨਾਲ ਉਹਨੂੰ ਕੱਟਦਾ, ਨਹੀਂ ਇਹ ਠੀਕ ਨਹੀਂ ਹੈ। ਮਤਲਬ ਫੁਰਨਾ ਤੇ ਬਣਿਆ, ਕੋਈ ਸੰਕਲਪ ਬਣਿਆ ਉਹਦੇ ਨਾਲ ਹੀ ਉਹਨੂੰ ਕੱਟ ਦਿੰਦਾ ਹੈ। ਮਤਲਬ ਹਜੇ ਤਾਈਂ ਅਵਸਥਾ ਉਹ ਨਹੀਂ ਹੈ, ਤੁਰੀਆ ਅਵਸਥਾ ਨਹੀਂ ਹੈ ਹਜੇ ਤਾਈਂ। ਪਰ ਭਾਵ ਇਹ ਪਰਮ ਪਦ ਦੀ ਅਵਸਥਾ ਨਹੀਂ ਹੈ। ਹਜੇ ਤਾਈਂ ਫੁਰਨੇ ਬਣਦੇ ਨੇ, ਮਨੁੱਖ ਫੁਰਨਿਆਂ ਨੂੰ ਕੱਟਦਾ ਹੈ। ਸੰਕਲਪ ਉੱਠਦੇ ਨੇ, ਉਹਦੇ ਵਿਕਲਪ ਵੀ ਉੱਠਦੇ ਨੇ। ਇਹਨੂੰ ਕਹਿੰਦੇ ਨੇ ਇਹ ਫੁਰਨਿਆਂ ਦੀ ਅਵਸਥਾ ਅਜੇ ਚੱਲ ਰਹੀ ਹੈ। ਪਰ ਇੱਕ ਅਵਸਥਾ ਐਸੀ ਆਉਂਦੀ ਹੈ ਜਿੱਥੇ ਜਾ ਕੇ ਕੋਈ ਸੰਕਲਪ ਨਹੀਂ, ਕੋਈ ਵਿਕਲਪ ਨਹੀਂ, ਸਭ ਗੋਬਿੰਦ ਹੈ। ਉਹ ਅਵਸਥਾ ਉਹਨੂੰ ਕਹਿੰਦੇ ਨੇ ਤੁਰੀਆ ਅਵਸਥਾ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਣ, ਉਸ ਨੂੰ ਤੁਰੀਆ ਅਵਸਥਾ ਦਾ ਨਾਮ ਦਿੱਤਾ ਜਾਂਦਾ ਹੈ। ਮਨ ਮੇਰੇ ਮਹਿ ਅਬ ਇਮ ਆਵੈ, ਗੁਰਤਾ ਗਾਤੀ ਤੋਹੇ ਬਿਠਾਵੈ। ਭਾਈ ਪਾਰੋ ਜੀ ਏਡੀ ਵੱਡੀ ਅਵਸਥਾ ਦੇ ਮਾਲਕ ਸਨ। ਗੁਰੂ ਸਾਹਿਬ ਕਹਿੰਦੇ ਨੇ ਹੁਣ ਮਹਾਰਾਜ ਕਹਿੰਦੇ ਮੇਰੇ ਮਨ 'ਚ ਵਿਚਾਰ ਆਉਂਦਾ ਹੈ ਵੀ ਮੈਂ ਤੁਹਾਨੂੰ ਇਸ ਗੁਰਤਾ ਗੱਦੀ ਤੇ ਬਿਠਾ ਦਿਆਂ। ਤੁਸੀਂ ਇੰਨੀ ਬੰਦਗੀ ਕਰ ਲਈ ਹੈ, ਤੁਹਾਨੂੰ ਇਸ ਗੁਰਤਾ ਗੱਦੀ ਦਾ ਬਹਿਣ ਦਾ ਤੁਹਾਨੂੰ ਮੌਕਾ ਦਿੱਤਾ ਜਾਵੇ। ਪਰਮਹੰਸ ਮੇਰੋ ਈ ਰੂਪ, ਪਰਮ ਅਵਸਥਾ ਸਦਾ ਅਨੂਪ। ਮਹਾਰਾਜ ਕਹਿੰਦੇ ਤੁਸੀਂ ਪਰਮ ਅਵਸਥਾ ਵਿੱਚ ਪਹੁੰਚ ਗਏ ਹੋ, ਹੁਣ ਤੁਸੀਂ ਮੇਰੇ ਹੀ ਰੂਪ ਹੋ। ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਵੀ ਫਰਕ ਨਹੀਂ ਰਿਹਾ ਹੈ। ਬਖਸ਼ਤ ਹਉ ਮੈਂ ਜਗ ਗੁਰਿਆਈ, ਕਰੋ ਉਧਾਰ ਲੋਕ ਸਮੁਦਾਈ। ਉਹ ਕਹਿੰਦੇ ਮਹਾਰਾਜ ਕਹਿੰਦੇ ਨੇ ਮੈਂ ਤੁਹਾਨੂੰ ਗੁਰਿਆਈ ਬਖਸ਼ ਦੇਣਾ, ਤੁਸੀਂ ਲੋਕਾਂ ਦਾ ਉਧਾਰ ਕਰੋ। ਹੁਣ ਗੁਰਦਾ ਗੱਦੀ ਤੇ ਬੈਠ ਕੇ ਜਿੰਨੀ ਸੰਗਤ ਆਉਂਦੀ ਆ ਸਾਰਿਆਂ ਨੂੰ ਉਪਦੇਸ਼ ਦੇਵੋ। ਭਗਤ ਜਗਤ ਮਹਿ ਅਧਿਕ ਬਿਥਾਰਹੁ, ਪਰ ਉਪਕਾਰ ਕਾਰ ਕੋ ਸਾਰਹੁ। ਮਹਾਰਾਜ ਕਹਿੰਦੇ ਸਾਰੀ ਦੁਨੀਆ 'ਚ ਪਰਮਾਤਮਾ ਦੀ ਭਗਤੀ ਦਾ ਵਿਸਥਾਰ ਕਰੋ। ਮਨੁੱਖਾਂ ਨੂੰ ਕੁਬੁੱਧ ਤੋਂ ਹਟਾਵੋ, ਮਾੜੀ ਮੱਤ ਤੋਂ ਹਟਾਵੋ। ਕਿਉਂਕਿ ਜਿਹੜੀ ਮਾੜੀ ਮੱਤ ਹੈ, ਮਾੜੀ ਮੱਤ ਮਨੁੱਖ ਦੇ ਅੰਦਰ ਦੋਖ ਪੈਦਾ ਕਰਦੀ ਹੈ। ਜਿਵੇਂ ਕਿਸ਼ਤੀ ਚੱਲਦੀ ਹੋਏ ਨਾ, ਜਿੰਨੇ ਛੇਕ ਪੈਂਦੇ ਜਾਣਗੇ, ਕਿਸ਼ਤੀ ਅੰਦਰ ਪਾਣੀ ਪੈਂਦਾ ਜਾਏਗਾ, ਇੱਕ ਦਿਨ ਕਿਸ਼ਤੀ ਡੁੱਬ ਜਾਏਗੀ। ਇਹ ਦੁਨੀਆ ਵੀ ਇੱਕ ਭਵ ਸਾਗਰ ਹੈ। ਜਿੰਨੇ ਮਾੜੀ ਮੱਤ ਹੈ, ਜਿੰਨੀ ਮਾੜੀ ਮੱਤ ਵੱਧਦੀ ਜਾਏਗੀ, ਸਮਝੋ ਇਹਦੇ ਵਿੱਚ ਛੇਕ ਪੈਂਦੇ ਜਾਣਗੇ। ਹੌਲੀ ਹੌਲੀ ਪਰਮਾਤਮਾ ਤੋਂ ਮਨੁੱਖ ਟੁੱਟਦਾ ਬਸ ਰੋਟੀ ਪਾਣੀ ਤੇ ਸੀਮਿਤ ਰਹਿ ਜਾਏਗਾ। ਇਸ ਤੋਂ ਬਾਅਦ ਉਹ ਕੁਝ ਸਮਝ ਹੀ ਨਹੀਂ ਪਾਏਗਾ। ਇਹਨੂੰ ਕਹਿੰਦੇ ਨੇ ਅਗਿਆਨਤਾ। ਫਿਰ ਸਮਝੋ ਉਹਦੇ ਕਰਮ ਏਡੇ ਖਰਾਬ ਹੋ ਜਾਂਦੇ ਨੇ। ਆਪਾਂ ਕਈ ਵਾਰ ਕਹਿੰਦੇ ਵੀ ਤੂੰ ਸਤ ਸੰਗਤ 'ਚ ਨਹੀਂ ਆਉਂਦਾ, ਸਤ ਸੰਗ ਕਰਮ ਹੀ ਨਹੀਂ ਆਉਂਦੇ। ਕਰਮਾਂ ਤੋਂ ਬਿਨਾਂ ਸਤ ਸੰਗ ਨਹੀਂ ਹੈ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਸਤ ਸੰਗਤ। ਮਹਾਰਾਜ ਕਹਿੰਦੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਗੋਬਿੰਦ ਦੇ ਗੁਣ ਗਾਉਣੇ। ਔਰ ਇਸ ਕਲਯੁਗ ਵਿੱਚ ਜਿੱਥੇ ਚਾਰੇ ਬੰਨੇ ਸਿਰਫ ਕਬੁੱਧੀ ਦਾ ਹੀ ਬੋਲਬਾਲਾ ਹੈ। ਇਹ ਨਹੀਂ ਚਾਰੇ ਬੰਨੇ ਕਿਤੇ ਵੇਖਦੇ ਆ, ਕਿਤੇ ਤਸਵੀਰ, ਕਿਤੇ ਲੜਾਈ ਹੋ ਰਹੀ ਹੈ, ਟੀਵੀ ਵੇਖਦਾ ਮਨੁੱਖ, ਉਹਦੇ ਵਿੱਚ ਅਗਿਆਨਤਾ ਦੀਆਂ ਗੱਲਾਂ ਚੱਲ ਰਹੀਆਂ ਨੇ। ਕੋਈ ਕਿਸੇ ਦੇ ਪੈਸੇ ਖਾ ਗਿਆ, ਕਿਸੇ ਨੇ ਕਿਸੇ ਨੂੰ ਮਾਰ ਦਿੱਤਾ, ਕਲਯੁਗ ਚੱਲ ਰਿਹਾ। ਅਖਬਾਰ ਪੜ੍ਹਦਾ, ਉਹਦੇ ਵਿੱਚ ਕਲਯੁਗ ਚੱਲ ਰਿਹਾ ਹੈ। ਉਸ ਤੋਂ ਬਾਅਦ ਕਿਸੇ ਕੋਲ ਖਲੋਂਦਾ, ਉਹ ਕਿਸੇ ਦੀ ਨਿੰਦਿਆ ਲੈ ਕੇ ਬਹਿ ਜਾਂਦਾ ਹੈ। ਕਿਸੇ ਦੇ ਕੋਲ ਬੈਠਦਾ, ਉਹ ਮਾਇਆ ਦੀ ਸਿਫਤ ਕਰਨੀ ਸ਼ੁਰੂ ਕਰ ਦਿੰਦਾ ਹੈ। ਚਾਰੇ ਬੰਨੇ ਜਿਹੜਾ ਚੀਖ ਚਿਕਾੜਾ ਹੈ, ਮਨੁੱਖ ਪਰੇਸ਼ਾਨ ਹੀ ਪਰੇਸ਼ਾਨ ਹੈ। ਤੇ ਐਸੇ ਸਮੇਂ ਦੇ ਵਿੱਚ ਜਿਹਨੂੰ ਸਤ ਸੰਗਤ ਮਿਲੇ, ਇਹ ਸਮਝੋ ਸਾਧ ਸੰਗਤ ਉਹਨੂੰ ਠੰਡਾ ਜਲ ਮਿਲ ਰਿਹਾ ਹੈ।
एक दिन गुरु अंगद साहब महाराज के कोल ना सिखां ने सवाल भी किया सी, महाराज कहते मनुख नूं जिंदगी दे विच असीं वेखने आ चारे बन्ने चीख चिघाड़ा है, हरेक बंदा ही परेशान है। साध संगत असल दे विच महाराज बाणी दे विच भी कहंदे ने, कहंदे जिहदे अगे भी तुसीं बेनती करोगे ना भी मेरा दुख खत्म हो जाए, बाणी कहंदी किसी अगे बेनती ना करी, जिहदे अगे बेनती करेगा वो तेरे नालों परेशान होएगा। जिस मानुख पै करो बेनती सो अपने दुख भरिया, वो अपने दुख च है। वो वक्री गल है, असीं हिसाब लगा लैंदे आ, मनुख ने हिसाब लगाया होया है शायद सब तो वड्डा दुख माया दा है, पैसा घट होए, ये समझदा है मनुख। ऐसा नहीं है साध संगत, ये कोई दुख नहीं है, होर बड़े वड्डे वड्डे दुख ने जिहड़े मनुख नूं रात नूं सौण ही नहीं दिंदे, एडे एडे वड्डे दुख ने साध संगत। मनुख इस करके ना कई बारी बाहरों अनुमान लैंदा है भी इहदे कपड़े बड़े महंगे ने, गड्डी बड़ी वड्डी है, ये बड़ा सुखी है। आम मनुख गल्लां करदे ने घर बड़ा वड्डा है भी ये आनंद विच है, असल ते जिंदगी ते इहदी है। पर कदे उहदे नेड़े लग्या जाए, उस नूं पुछिया जाए साध संगत, और ये अगले तो जे दुख कढाउणे होण ना, बस उहदा एक तरीका मैं कई बारी दस्सिया है। जिवें नलके चों पहले समय 'च पानी नहीं सी ना निकलदा, पहलां बाहरों पानी पाउंदे सी, बाहरों पानी पाउणा फिर उहदी बोकी मारनी ते पानी बस फिर उहने वगी जाना। जे किसी तो दुख वेखने ने पहलां दो अपने सुनाओ, मैं बड़ा दुखी हाँ, दो चार पानी पाओ, चार अपने सुनाओ, बस फिर तुहानूं बोलण दी लोड़ नहीं है, फिर सुनी चलो। फिर उन्हें सुनाई जाने ने और इन्ने सुना देने ने, उहदा बोझ भी घर लैके आउंदा है मनुख, अपना तो है ही है, पंज चार होर एडवांस लैके आउंदा है। इस करके मनुख जिंदगी दे विच कोई ऐसा नहीं है जिहड़ा सुखी है, बस वो सुखी है जिन्हों रब ने सत संगत दिती है तो किते परमात्मा की बंदगी करने वाला सुखी है। गुरु अंगद साहब महाराज ने पूछा सिखा ने, कहते महाराज चारे बन्ने ते बोलबाला ही दुखों का है, फिर आनंद किवें प्राप्त होए। महाराज कहते भी जो जंगलों के अग लगती है जंतु किवें बचते हैं। महाराज जो जंगलों अग लगती है ना, जेडे जीव रहन वाले ने अंदर भज के जी नदी होंदी है ना नेड़े ठंडे जल की, वो मर जाते हैं। महाराज कहते बस एवें समझो कलयुग रथ अगन का कूड़ अगे रथवाओ, ये अगन का ही युग है, ये झूठ का बोलबाला है। पर याद रखो जिवें जंतु भज के नदी दे विच वड़दे ने, तुसीं भज के सत संगत विच बह जाया करो। एक कलम है इहो पुन गुण गोबिंद गाए। कलयुग दे विच उधार जिहड़ा होना है वह सत संगत नाल होना है। तो बाणी विच बार बार महाराज सतपुरखां की संगत की गल करते हैं, बार बार कहते हैं जिथे भी सत संगत बैठी होए। महाराज बाणी दे विच ये भी कहते हैं सोहणे भी वही ने जिहड़े साध संगत विच बहिंदे ने। साध संगत जिन बहने सेई सुंदर सोहणे, साध संगत जिन बहने। जिहड़े साध संगत विच बहिंदे ने महाराज उन्हां नूं उज्जल भविख वाला अते चंगे कर्मां वाला गिणदे हन। कर जोरे पारो पग भरियो, त्राहे त्राहे कर बचन उचरियो। भाई पारो कहंदा ना महाराज त्राहे त्राहे करके कहंदा महाराज शरण रखो, हथ जोड़ के महाराज दे चरनी पै गया है। प्रभ जी गुर सिੱਖੀ मुझ भावे, गुर आई सत गुर है सुहावे। कहते महाराज नहीं मैनू गुरियाई नहीं चाहिए, मैनू तो सिੱਖੀ चाहिए है, मैं तो तुहाड़ियां शिक्षावां विच राजी हाँ। गुरियाई तो गुरु नूं ही चंगी लगती है। महाराज मैं तो तुहाडे तो सीखण वाला, वेखो साध संगत असल दे विच बाणी कहंदी है धर तराजू तोलीए निवें सो गौरा होए। वड्डा उही हुंदा है जदों तराजी तखड़ी होए ना, तो तखड़ी दे विच जेड़ी साइड झुक जाए असीं कहंदे आ ये वड्डी है, इधर किलो दा होए ना उधर झुक जाए कहांगे नहीं ज़्यादा है वड्डा है। जेड़ी साइड झुकी हुंदी है ना वो वड्डी हुंदी है। इस करके साध संगत जेड़े मनुख झुके हुंदे ने वो वड्डे हुंदे ने। वड्डियां दी पछाण ही ये है, जिन्हां दा निमरता मिठ बोलड़े जिन्हां विच ये गुण हुंदे ने वो ही वड्डे हुंदे ने। महाराज तां ही क्या मिठत नीवी नानका गुण चंगियाइयां तत्। जेड़े नीवे ने वो महान हुंदे ने। भाई साहब कहंदे ने, कहंदे नहीं महाराज
ਮੈਨੂੰ ਗੁਰਿਆਈ ਨਹੀਂ ਚਾਹੀਦੀ, ਮੈਂ ਤੇ ਤੁਹਾਡੀ ਸ਼ਰਨ ਵਿੱਚ ਰਹਿ ਕੇ ਸੇਵਾ ਹੀ ਕਰਨੀ ਚਾਹੁੰਦਾ ਹਾਂ। ਮੁਝ ਪਰ ਕਿਰਪਾ ਦ੍ਰਿਸ਼ਟ ਕਹੋ ਧਰੀਐ, ਗੁਰ ਸਿੱਖੀ ਪਦ ਬਖਸ਼ਣ ਕਰੀਐ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਤੇ ਗੁਰਸਿੱਖੀ ਦਾ ਮਾਰਗ ਦੇ ਦੇਵੋ, ਬਸ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ। ਕਹਿ ਇਮ ਗਹੇ ਹਾਥ ਗੁਰ ਚਰਨਾ, ਬਖਸ਼ੋ ਆਗਿਆ ਮੋਰਨ ਕਰਨਾ। ਕਹਿੰਦੇ ਮਹਾਰਾਜ ਜੀ ਨੂੰ ਕਿਰਪਾ ਕਰਕੇ ਚਰਨੇ ਫੜ ਲੈ ਮਹਾਰਾਜ ਦੇ, ਤੇ ਕਹਿੰਦੇ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਉਧਾਰ ਲਵੋ। ਸੁਨਤ ਬਿਨੈ ਗੁਰ ਅਮਰ ਬਖਾਨਾ, ਜੇਕਰ ਸਿੱਖੀ ਮਹਿ ਮਨ ਮਾਨਾ। ਮਹਾਰਾਜ ਜੀ ਦਾ ਬਚਨ ਸੁਣਿਆ, ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜੇ ਤੁਸੀਂ ਸਿੱਖੀ ਲੈਣਾ ਚਾਹੁੰਦੇ ਹੋ, ਸਦਨ ਆਪਣੇ ਅਬ ਚੱਲ ਜਾਵੋ, ਤਨ ਤਿਆਗੋ ਨਹਿ ਬਿਲਮ ਲਗਾਵੋ। ਮਹਾਰਾਜ ਕਹਿੰਦੇ ਫਿਰ ਆਪਣੇ ਘਰ ਜਾਓ, ਜਾ ਕੇ ਤੇ ਸਰੀਰ ਦਾ ਤਿਆਗ ਕਰ ਦਿਓ, ਸਰੀਰ ਨੂੰ ਛੱਡ ਦਿਓ। ਕਿਉਂਕਿ ਸਾਧ ਸੰਗਤ ਬ੍ਰਹਮ ਗਿਆਨੀ ਮਨੁੱਖ ਸਰੀਰ ਨੂੰ ਆਪਣੀ ਮਰਜ਼ੀ ਨਾਲ ਤਿਆਗਦਾ ਤੇ ਆਪਣੀ ਮਰਜ਼ੀ ਨਾਲ ਹੀ ਲੈਂਦਾ। ਗੁਰਬਾਣੀ ਕਹਿੰਦੀ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਅੱਜ ਵੀ ਬੜੀਆਂ ਬ੍ਰਹਮ ਗਿਆਨੀ ਰੂਹਾਂ ਨੇ, ਚੰਗੀਆਂ ਰੂਹਾਂ ਨੇ, ਜਦੋਂ ਦੁਨੀਆ ਤੇ ਵੇਖਦੀਆਂ ਨੇ ਪਾਪ ਦਾ ਬੋਲਬਾਲਾ ਹੋ ਗਿਆ, ਉਹ ਕਿਤੇ ਨਾ ਕਿਤੇ ਜਨਮ ਲੈ ਕੇ ਗਾਹੇ ਬਗਾਹੇ ਦੁਨੀਆ ਨੂੰ ਠੰਡ ਦੇਣ ਵਾਸਤੇ ਆ ਜਾਂਦੀਆਂ ਨੇ। ਇਹ ਨਹੀਂ ਉਹ ਕਿਸੇ ਕਰਮਾਂ ਦੇ ਵੱਜੇ, ਮਨੁੱਖ ਤੇ ਆਉਂਦੇ ਨੇ ਕਰਮਾਂ ਦੇ ਵੱਜੇ, ਜਿਹੜੇ ਇਹਨਾਂ ਨੇ ਕਰਮ ਕੀਤੇ ਹੁੰਦੇ ਨੇ ਉਹਨਾਂ ਨੂੰ ਭੋਗਣ ਆਉਂਦੇ ਨੇ। ਭਾਵ ਚੰਗੇ ਵੀ ਕੀਤੇ ਨੇ ਨਾ, ਚੰਗਿਆਂ ਦਾ ਫਲ ਕੀ ਹੈ? ਮੈਂ ਉਸ ਦਿਨ ਕਿਹਾ ਕਿਸੇ ਨੂੰ ਸਵਰਗਵਾਸੀ ਨਹੀਂ ਕਹਿਣਾ ਚਾਹੀਦਾ। ਜੇ ਮਨੁੱਖ ਸਵਰਗਵਾਸੀ ਕਹਿੰਦਾ ਹੈ ਤੇ ਜਿਸ ਦਿਨ ਸਵਰਗ ਦੇ ਕਰਮ ਖਤਮ ਹੋ ਜਾਣਗੇ ਤੇ ਫਿਰ ਨਰਕ 'ਚ ਜਾਣਾ ਪਏਗਾ। ਸਵਰਗਵਾਸੀ ਨਹੀਂ, ਸੱਚਖੰਡ ਵਾਸੀ, ਜਿਹੜਾ ਭੇਦ ਹੋ ਗਿਆ ਪਰਮਾਤਮਾ 'ਚ, ਉਹ ਸਵਰਗਵਾਸੀ ਨੂੰ ਤੇ ਆਉਣਾ ਪੈਂਦਾ। ਜਿਸ ਦਿਨ ਸਵਰਗ ਦੇ ਸੁੱਖ ਖਤਮ ਹੋ ਜਾਣਗੇ, ਸਵਰਗ ਦਾ ਰਾਜਾ ਇੰਦਰ ਹੈ, ਉਹ ਵੀ ਕਹਿੰਦਾ ਮੈਨੂੰ ਸਵਰਗ ਤੋਂ ਕੱਢੋ, ਕਿਉਂਕਿ ਜਿਸ ਦਿਨ ਸਵਰਗ ਦੇ ਖਤਮ ਹੋ ਜਾਣਗੇ ਤੇ ਉਸ ਦਿਨ ਫਿਰ ਆਉਣਾ ਪਏਗਾ, ਇੱਥੇ ਹੀ ਆਉਣਾ ਪਏਗਾ ਦੁਬਾਰਾ ਕਰਮ ਭੂਮੀ ਤੇ ਫਿਰ ਆਉਣਾ ਪਏਗਾ। ਜਿੰਨੇ ਮਨੁੱਖ ਕਰਮ ਕਰੀ ਜਾਏਗਾ, ਕਰਮਾਂ ਦਾ ਫਲ ਮਿਲਦਾ ਹੈ, ਚੰਗਿਆਂ ਦਾ ਵੀ ਮਿਲਦਾ ਹੈ ਤੇ ਮਾੜਿਆਂ ਦਾ ਵੀ ਮਿਲਦਾ ਹੈ। ਬਾਣੀ ਕਹਿੰਦੀ ਕਰਮ ਕਰਤ ਹੋਵੇ ਨੇਹ ਕਰਮ। ਕਰਮ ਕਰਦਿਆਂ ਕਰਦਿਆਂ ਇਹ ਕਹਿ ਦੇਵੇ ਮੈਂ ਨਹੀਂ ਕਰ ਰਿਹਾ, ਰੱਬ ਕਰਵਾਉਂਦਾ ਹੈ, ਤਿਸ ਬੈਸਨੋ ਕਾ ਨਿਰਮਲ ਧਰਮ, ਉਹਨੂੰ ਕਹਿੰਦੇ ਨੇ ਇਹ ਪਰਮ ਅਵਸਥਾ ਵਿੱਚ ਪਹੁੰਚ ਗਿਆ। ਸਾਧ ਸੰਗਤ ਵੇਖੋ ਕਿੱਡੀ ਵੱਡੀ ਆਫਰ ਗੁਰੂ ਜੀ ਦਿੰਦੇ ਨੇ। ਔਰ ਇੱਥੇ ਮਹਾਰਾਜ ਜੀ ਇਹ ਕਹਿ ਰਹੇ ਨੇ ਜਾਓ ਹੁਣ, ਜੇ ਤੁਸੀਂ ਸਿੱਖੀ ਚਾਹੁੰਦੇ ਹੋ ਨਾ, ਸਰੀਰ ਤਿਆਗ ਦਿਓ। ਸਾਧ ਸੰਗਤ ਇਹ ਵੇਖਦੇ ਆ ਗੁਰੂ ਜੀ ਦੀ ਆਗਿਆ ਕਿਵੇਂ ਮੰਨਦੇ ਹਨ। ਮਮ ਚਰਨਨ ਮਹਿ ਤੇਰੀ ਪ੍ਰੀਤ, ਮੋਹ ਮੈਂ ਮਿਲੋ ਆਨ ਸਿੱਖ ਮੀਤ। ਮਹਾਰਾਜ ਕਹਿੰਦੇ ਜਾਓ ਫਿਰ ਸਰੀਰ ਤਿਆਗੋਗੇ, ਫਿਰ ਤੁਸੀਂ ਆ ਕੇ ਮੇਰੇ ਵਿੱਚ ਅਪੇਧ ਹੋ ਜਾਓਗੇ। ਭਾਵ ਤੁਹਾਡਾ ਤੇ ਸਾਡਾ ਰੂਪ ਇੱਕ ਹੋ ਜਾਏਗਾ। ਸਾਧ ਸੰਗਤ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਨਾਲ ਪਿਆਰ ਕਰਦੇ ਨੇ, ਜਿਵੇਂ ਭਾਈ ਮਰਦਾਨਾ ਜੀ, ਜਿਸ ਦਿਨ ਉਹ ਪਰਮ ਅਵਸਥਾ ਵਿੱਚ ਪਹੁੰਚੇ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਮਰਦਾਨਾ ਜੀ ਇੰਨੇ ਸਾਲ ਤੁਸੀਂ ਸਾਡੇ ਨਾਲ ਰਹੇ ਹੋ, ਘਰ-ਬਾਰ ਵੀ ਛੱਡਿਆ, ਦੁਨੀਆ ਨੂੰ ਧਰਮ ਤੇ ਚਲਾਉਣ ਲਈ, ਚੰਗੇ ਗੁਣਾਂ ਤੇ ਲਾਉਣ ਲਈ ਨਾਲ ਰਹੇ ਹੋ। ਜਦੋਂ ਉਹਨਾਂ ਦਾ ਅੰਤ ਸਮਾਂ ਆਇਆ, ਇਹ ਦੱਸੋ ਹੁਣ ਤੁਹਾਨੂੰ ਕੀ ਦਈਏ? ਜੋ ਤੁਸੀਂ ਮੰਗੋਗੇ ਉਹ ਤੁਹਾਨੂੰ ਮਿਲ ਜਾਏਗਾ। ਜੇ ਕਹੋ ਤੇ ਤੁਹਾਡੀ ਇੱਥੇ ਮੜੀ ਬਣਵਾ ਦਿੰਦੇ ਆ, ਸਾਰੀ ਦੁਨੀਆ ਪੂਜਿਆ ਕਰੇਗੀ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜਿਉਂਦੀ ਮੜੀ ਚੋਂ ਕੱਢ ਕੇ ਤੇ ਇਹਦੇ ਵਿੱਚ ਪਾਉਣ ਲੱਗੇ ਹੋ, ਫਿਰ ਮੇਰੀ ਜੀਵ ਆਤਮਾ ਇੱਥੇ ਹੀ ਚੱਕਰ ਖਾਂਦੀ ਰਹੇਗੀ। ਕਿਉਂਕਿ ਜਿਨ੍ਹਾਂ ਦੀਆਂ ਯਾਦਗਾਰਾਂ ਬਣਦੀਆਂ ਨੇ ਉੱਥੇ ਘੁੰਮਦੇ ਰਹਿੰਦੇ ਨੇ, ਉਹ ਮੋਹ ਹੁੰਦਾ ਨਾ ਉਹਨਾਂ ਨੂੰ। ਕਈ ਤੇ ਦੱਸ ਕੇ ਵੀ ਜਾਂਦੇ ਨੇ ਵੀ ਇੱਥੇ ਕ ਬਣਾਇਓ ਮੜੀ, ਵੀ ਮੈਨੂੰ ਲੋਕੀ ਮੱਥੇ ਟੇਕਣ ਆ ਗਏ। ਅਸੀਂ ਯਾਦ ਰੱਖਣਾ ਸਾਧ ਸੰਗਤ ਉਹਨਾਂ ਦੀ। ਫਿਰ ਬਾਣੀ ਦੇ ਵਿੱਚ, ਮੈਂ ਆਪਣੇ ਕੋਲੋਂ ਨਹੀਂ, ਬਾਣੀ ਦਾ ਫਰਮਾਨ ਹੈ, ਗੋਰਾਂ ਸੇ ਨਿਮਾਣੀਆਂ ਨਹੀਂ, ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਵੀ ਉਹ ਜਿਹੜੀਆਂ ਰੂਹਾਂ ਨੇ, ਉਹ ਬਾਰ-ਬਾਰ ਰੂਹਾਂ ਜਿਹੜੀਆਂ ਨੇ, ਬਹਿਸਨ ਰੂਹਾਂ ਮਲ, ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ। ਉਹ ਜਿਹੜੀਆਂ ਰੂਹਾਂ ਨੇ ਉਹ ਆ ਕੇ ਉੱਥੇ ਬਹਿ ਜਾਂਦੀਆਂ ਨੇ ਤੇ ਉੱਥੇ ਹੀ ਚੱਕਰ ਖਾਂਦੀਆਂ ਨੇ। ਜਦੋਂ ਤਾਈਂ ਉਹ ਸਰੀਰ ਗਲਦਾ ਨਹੀਂ, ਉਦੋਂ ਤਾਈਂ ਉਹਦੇ ਨੇੜੇ ਹੀ ਰਹਿੰਦੀਆਂ ਨੇ। ਇਸ ਕਰਕੇ ਕਈ ਤੇ ਇਹ ਵੀ ਕਹਿੰਦੇ ਨੇ ਵੀ ਇਹ ਜਿਹੜੀਆਂ ਮਾੜੀਆਂ ਰੂਹਾਂ ਜਿਹੜੀਆਂ ਐਸੀਆਂ ਹੁੰਦੀਆਂ ਨੇ, ਇਹ ਜ਼ਿਆਦਾ ਕਹਿੰਦੇ ਈਸਾਈ ਜਾਂ ਮੁਸਲਮਾਨੀ ਮਤ 'ਚੋਂ ਹੁੰਦੀਆਂ ਨੇ। ਕਾਰਨ ਕੀ ਹੈ? ਕਿਉਂਕਿ ਉਹਨਾਂ ਦਾ ਸੰਸਕਾਰ ਨਹੀਂ ਹੁੰਦਾ। ਜਲਾਉਣ ਦੇ ਵਿੱਚ ਐਵੇਂ ਕਿਹਾ ਮੰਨਿਆ ਜਾਂਦਾ ਹੈ
ਜਦੋਂ ਜੀਵ ਨੂੰ ਜਲਾ ਦਿੱਤਾ ਜਾਂਦਾ ਹੈ, ਉਹਦੀ ਰੂਹ ਦਾ ਮੋਹ ਟੁੱਟ ਜਾਂਦਾ ਹੈ, ਕਿਉਂ ਸਵਾਹ ਹੋ ਜਾਂਦਾ ਹੈ, ਰਿਹਾ ਹੀ ਨਹੀਂ ਸਰੀਰ। ਉਵੇਂ ਫਿਰ ਰੂਹ ਜਿਹੜੀ ਹੈ ਉਹਦੇ ਨੇੜੇ ਤੇੜੇ ਚੱਕਰ ਖਾਂਦੀ ਰਹਿੰਦੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਬਣਾ ਦਈਏ ਮੜੀ। ਮਾਰ ਕੇ ਨਹੀਂ, ਕਹਿੰਦਾ ਨਹੀਂ ਮਹਾਰਾਜ ਮੜੀ ਨਹੀਂ ਚਾਹੀਦੀ, ਮੜੀ ਨਾ ਬਣਾਇਓ। ਕਹਿੰਦੇ ਹੋਰ ਦੱਸੋ, ਕੋ ਹੋਰ ਦੇ ਦਈਏ? ਕਹਿੰਦੇ ਨਹੀਂ ਮਹਾਰਾਜ ਬਸ ਇੱਕ ਦਾਤ ਬਖਸ਼ਿਓ, ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖਿਓ, ਜਿੱਥੇ ਵੀ ਤੁਸੀਂ ਰਹੋਗੇ ਉੱਥੇ ਹੀ ਮੈਂ ਰਵਾਂ, ਇਹ ਦਾਤ ਚਾਹੀਦੀ ਹੈ। ਸਾਧ ਸੰਗਤ ਇੰਨੇ ਸਾਲ ਸੇਵਾ ਕਰਕੇ ਇਹ ਚੀਜ਼ ਮੰਗੀ। ਇਵੇਂ ਭਾਈ ਜੈਤਾ ਜੀ ਜਿਸ ਦਿਨ ਤਰਾਵੜੀ ਆਏ ਨੇ, ਇੱਥੋਂ ਮਹਾਰਾਜ ਦਾ ਸੀਸ ਇੱਥੇ ਰੱਖਿਆ, ਇੱਥੋਂ ਅੰਬਾਲੇ ਤੋਂ ਜਦੋਂ ਅਨੰਦਪੁਰ ਸਾਹਿਬ ਪਹੁੰਚੇ, ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਬੜੀ ਵੱਡੀ ਸੇਵਾ ਕੀਤੀ ਹੈ, ਦੱਸੋ ਕੀ ਚਾਹੀਦਾ? ਜੋ ਕਹੋਗੇ ਉਹੀ ਮਿਲ ਜਾਏਗਾ। ਕਹਿੰਦੇ ਮਹਾਰਾਜ ਕੁਛ ਨਹੀਂ ਚਾਹੀਦਾ, ਬਸ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਬਖਸ਼ੋ, ਇਹ ਚਾਹੀਦਾ। ਏਡੀ ਵੱਡੀ ਸੇਵਾ ਕਰਕੇ ਜਦੋਂ ਗੁਰੂ ਖੁਸ਼ ਹੋਇਆ ਹੋਏ ਔਰ ਉਹ ਕਹਿੰਦੇ ਹੁਣ ਮੰਗੋ, ਫਿਰ ਵੀ ਇਸ ਚੀਜ਼ ਦੀ ਮੰਗ ਉਹ ਕਰਦੇ ਹਨ। ਤੋਹੇ ਸਹਿਤ ਮੈਂ ਅਪਰ ਸਰੀਰ, ਪਰਵੇਸ਼ੋਂ ਸਿੱਖਣ ਕੇ ਹਿਤ ਧੀਰ। ਮਹਾਰਾਜ ਕਹਿੰਦੇ ਜਦੋਂ ਤੁਸੀਂ ਸਾਡੇ ਵਿੱਚ ਅਭੇਦ ਹੋ ਜਾਓਗੇ, ਫਿਰ ਅਸੀਂ ਤੇ ਇਹ ਜਿਹੜੀ ਜੋਤ ਹੈ ਮਿਲ ਕੇ ਇੱਕ ਨਵਾਂ ਸਰੀਰ ਧਾਰਨ ਕਰਾਂਗੇ। ਕਰਨੇ ਕਾਜ ਅਨਿਕ ਜਗ ਮਾਹੀ, ਸੰਤ ਉਦਾਹਰਨ ਖਲਨ ਖਪਾਹੀ। ਮਹਾਰਾਜ ਜੀ ਨੂੰ ਕਹਿੰਦੇ ਨੇ, ਮਹਾਰਾਜ ਉਹਨੂੰ ਕਹਿੰਦੇ ਨੇ ਭਾਈ ਪਰਮਹੰਸ ਨੂੰ, ਭਾਈ ਪਾਰੋ ਨੂੰ, ਕਿ ਫਿਰ ਅਸੀਂ ਦੁਬਾਰਾ ਫਿਰ ਸਰੀਰ ਧਾਰਨ ਕਰਾਂਗੇ, ਤੁਸੀਂ ਤੇ ਅਸੀਂ ਇਕੱਠੇ ਹੋ ਗਏ, ਕਿਉਂਕਿ ਜਗਤ ਦੇ ਵਿੱਚ ਬੜੇ ਵੱਡੇ ਕਾਰਜ ਕਰਨੇ ਨੇ, ਬੜੇ ਲੋਕਾਂ ਨੂੰ ਜਿਹੜੇ ਮੂੜ ਹੋ ਗਏ ਨੇ ਉਹਨਾਂ ਨੂੰ ਸਿੱਧੇ ਰਸਤੇ ਤੇ ਪਾਉਣਾ ਹੈ। ਸੁਣ ਆਗਿਆ ਪਾਰੋ ਕਰ ਬੰਦੇ, ਕਰ ਬੰਧਨ ਕੋ ਹਿਰਦੈ ਆਨੰਦੇ। ਇਹ ਆਗਿਆ ਸੁਣ ਕੇ ਭਾਈ ਪਾਰੋ ਜੀ ਨੇ ਦੋਵੇਂ ਹੱਥ ਜੋੜ ਲਏ ਅਤੇ ਹਿਰਦੇ ਦੇ ਵਿੱਚ ਆਨੰਦ ਪ੍ਰਾਪਤ ਹੋ ਗਿਆ ਹੈ। ਗਮਨਿਓ ਗ੍ਰਹਿ ਪਹੁੰਚਿਓ ਤਤ ਕਾਲਾ, ਅਧਿਕਾਰੀ ਜੇ ਪਿਖੇ ਬਿਸਾਲਾ। ਭਾਈ ਪਾਰੋ ਨਾਲੋਂ ਨਾਲ ਆਪਣੇ ਘਰ ਵਿੱਚ ਗਿਆ ਤੇ ਆਪਣੇ ਘਰ ਵਿੱਚ ਜਿਨ੍ਹਾਂ ਨੂੰ ਵੀ ਉਸਨੇ ਅਧਿਕਾਰੀ ਵੇਖਿਆ ਹੈ, ਸਰਬ ਸਮਾਜ ਬਾਟ ਤਿੰਨ ਦੀਨਸ, ਬਡਵਾ ਬਸਤਰ ਦਰਬ ਰੱਖ ਲੀਨਸ। ਘਰ ਦੇ ਵਿੱਚ ਜਿੰਨਾ ਵੀ ਸਮਾਨ ਸੀ ਸਾਰਾ ਹੀ ਵੰਡ ਦਿੱਤਾ। ਇਕੱਲੇ ਸਨ, ਤਿੰਨ ਚੀਜ਼ਾਂ ਰੱਖੀਆਂ ਨੇ, ਪੈਸਾ ਰੱਖ ਲਿਆ, ਘੋੜੀ ਰੱਖ ਲਈ ਹੈ ਅਤੇ ਜਿਹੜੇ ਸੁੰਦਰ ਬਸਤਰ ਨੇ ਉਹ ਵੀ ਰੱਖ ਲਏ ਹਨ। ਨਰ ਬਿੰਦਰਨ ਕੋ ਕਹਿਓ ਸੁਨਾਈ, ਇਹ ਗੁਰ ਵਸਤ ਦੇਹੋ ਪਹੁੰਚਾਈ। ਨੇੜੇ ਨੇੜੇ ਲੋਕਾਂ ਨੂੰ ਕਹਿ ਦਿੱਤਾ ਭਾਈ ਆਹ ਤਿੰਨ ਚੀਜ਼ਾਂ ਨੇ ਜਿਹੜੀਆਂ ਇਹ ਮੇਰੇ ਕੰਮ ਦੀਆਂ ਨਹੀਂ, ਬਾਕੀ ਮੈਂ ਵੰਡ ਦਿੱਤਾ ਹੈ, ਇਹ ਤਿੰਨ ਚੀਜ਼ਾਂ ਤੇ ਗੁਰੂ ਸਾਹਿਬ ਨੂੰ ਦੇਣੀਆਂ ਨੇ, ਉਹਨਾਂ ਦੇ ਅਰਪਣ ਕਰਨੀਆਂ। ਕੀ? ਇੱਕ ਤੇ ਸੁੰਦਰ ਘੋੜੀ ਹੈ, ਇੱਕ ਸੁੰਦਰ ਵਸਤਰ ਨੇ, ਤੇ ਇੱਕ ਜਿਹੜਾ ਉਹਨਾਂ ਕੋਲ ਪੈਸਾ ਬਚਿਆ ਹੋਇਆ ਹੈ। ਇਮ ਸਭ ਹੇਰਤ ਤਨ ਤਜ ਪਾਰੋ, ਫੂਲ ਮਾਲ ਗਜ ਤਜੈ ਸੁਖਾਰੋ। ਕਹਿੰਦੇ ਐਵੇਂ ਸਮਝੋ ਉਹਨਾਂ ਨੇ ਵੇਖਦਿਆਂ ਭਾਈ ਪਾਰੋ ਜੀ ਨੇ ਸਰੀਰ ਤਿਆਗ ਦਿੱਤਾ ਹੈ, ਜਿਵੇਂ ਹਾਥੀ ਨੇ ਗਲੇ ਵਿੱਚ ਮਾਲਾ ਪਾਈ ਹੁੰਦੀ ਹੈ, ਵੇਖਦਿਆਂ ਉਹ ਲਾ ਦਿੰਦਾ ਹੈ। ਸਭਨ ਕਰਿਓ ਸੰਸਕਾਰ ਬਨਾਏ, ਜਥਾ ਜੋਗ ਚਾਹੀਏ ਜਿਸ ਭਾਏ। ਪਿੰਡ ਦੀਆਂ ਲੋਕਾਂ ਨੇ ਇਕੱਠੇ ਹੋ ਕੇ ਜਿਵੇਂ ਵੀ ਬਣਦਾ ਸੀ ਉਵੇਂ ਉਹਨਾਂ ਦਾ ਸੰਸਕਾਰ ਕਰ ਦਿੱਤਾ ਹੈ। ਸ਼੍ਰੀ ਗੁਰ ਵਿਖੇ ਆਨ ਲੈ ਹੋਵਾ, ਜਿਨ ਅਗਿਆਨ ਭਰਮ ਕੋ ਖੋਵਾ। ਕਹਿੰਦੇ ਆ ਕੇ ਗੁਰੂ ਸਾਹਿਬ ਦੇ ਵਿੱਚ ਅਭੇਦ ਹੋ ਗਿਆ, ਜਿਨ੍ਹਾਂ ਨੇ ਉਹਨਾਂ ਦੀ ਅਗਿਆਨਤਾ ਨੂੰ ਖਤਮ ਕਰ ਦਿੱਤਾ ਸੀ। ਪੁਨ ਡੱਲੇ ਤੇ ਇੱਕ ਨਰ ਆਇਵ, ਪਾਰੋ ਕੋ ਪਰਲੋਕ ਸੁਨਾਇਵ। ਉਹਨਾਂ ਦਾ ਪਿੰਡ ਸੀ ਡੱਲਾ, ਉੱਥੋਂ ਇੱਕ ਨਰ ਤੁਰ ਕੇ ਆਇਆ ਹੈ, ਉਹਨੇ ਆ ਕੇ ਗੁਰੂ ਸਾਹਿਬ ਜੀ ਨੂੰ ਦੱਸਿਆ ਮਹਾਰਾਜ ਭਾਈ ਪਾਰੋ ਜੀ ਜਿਹੜੇ ਨੇ ਉਹ ਸਰੀਰ ਦਾ ਤਿਆਗ ਕਰ ਗਏ ਨੇ। ਸਾਧ ਸੰਗਤ ਜੀ ਇੱਥੋਂ ਤੇ ਦੀ ਜਿਹੜੀ ਕਥਾ ਆਪਾਂ ਸ਼ਰਵਣ ਕਰਾਂਗੇ। ਫਿਰ ਉਹ ਜਿਹੜੀਆਂ ਵਸਤੂਆਂ ਨੇ ਜਿਹੜੀਆਂ ਉਹਨਾਂ ਨੇ ਰੱਖੀਆਂ ਨੇ ਉਹ ਗੁਰੂ ਸਾਹਿਬ ਅੱਗੇ ਕਿਹਨਾਂ ਨੂੰ ਦਿੰਦੇ ਨੇ? ਗੁਰੂ ਸਾਹਿਬ ਉਹ ਵਸਤੂਆਂ ਦਾ ਅਧਿਕਾਰੀ ਕਿਹਨੂੰ ਸਮਝਦੇ ਨੇ? ਕਿਉਂਕਿ ਸਾਧ ਸੰਗਤ ਵਡਿਆਈ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਸੇਵਾ ਨਾਲ ਤੇ ਬੰਦਗੀ ਨਾਲ, ਇਹਨਾਂ ਦੋਵਾਂ ਤੋਂ। ਕਿਉਂਕਿ ਜ਼ਿੰਦਗੀ 'ਚ ਅੰਤ ਤਾਈਂ ਜੇ ਕੁਛ ਰਹਿਣਾ ਹੈ, ਬੰਦਗੀ ਰਹਿਣੀ ਹੈ ਤੇ ਸੇਵਾ ਦੀ ਵਡਿਆਈਆਂ। ਸੇਵਕ ਰਹਿੰਦੇ ਨੇ,
ਬੰਦਗੀ ਕਰਨ ਵਾਲੇ ਰਹਿੰਦੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਣ ਗੋਬਿੰਦ। ਇਹ ਤਿੰਨ ਹੀ ਚੀਜ਼ਾਂ ਦੁਨੀਆ ਤੇ ਸਥਿਰ ਨੇ। ਇਸ ਕਰਕੇ ਮਨੁੱਖ ਨੂੰ ਚਾਹੀਦਾ ਬੰਦਗੀ ਕਰੇ। ਜਿਹੜੇ ਕਰਮ ਕਰਨ ਲਈ ਆਇਆ, ਬੰਦਗੀ ਇਹਦਾ ਪ੍ਰਮੁੱਖ ਕਰਮ ਹੈ। ਨਾਲ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਉਹ ਪਰਮਾਤਮਾ ਆਪਣੇ ਆਪ ਹੀ ਕਰਦਾ ਹੈ। ਇਹਨੂੰ ਆਪਣੇ ਆਪ ਕੋਈ ਨਾ ਕੋਈ ਵਿਧ ਬਣਾਈ ਰੱਖਦਾ ਹੈ। ਰਿਜ਼ਕ ਉਹ ਇਹਨੂੰ ਦੇ ਹੀ ਰੱਖਦਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਉਹ ਆਪੋ ਆਪਣਾ, ਬਾਣੀ ਕਹਿੰਦੀ ਹੈ ਸੰਪੈ ਕੋ ਈਸਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਸੰਪੈ ਦਾ ਮਤਲਬ ਹੁੰਦਾ ਪੈਸਾ। ਕਹਿੰਦੇ ਪੈਸੇ ਕਰਕੇ ਪਰਮੇਸ਼ਰ ਨੂੰ ਧਿਆਉਂਦਾ ਹੈ। ਯਾਦ ਰੱਖੀ ਜੋ ਜੋ ਤੇਰੇ ਕਰਮ ਨੇ, ਉਹਨਾਂ ਦੇ ਜਿਹੜੇ ਕਰਮ ਲਿਖੇ ਹੋਏ ਨੇ ਉਹਦੇ ਅਨੁਸਾਰ ਤੈਨੂੰ ਸਭ ਕੁਝ ਮਿਲਣਾ ਹੈ। ਜੇ ਅੱਜ ਕਮਾ ਰਹੇ ਹੈ, ਜਿੱਦਣ ਇਹ ਕਰਮ ਬਲਵਾਨ ਹੋ ਜਾਣਗੇ, ਜੋ ਕੁਝ ਕਈ ਵਾਰੀ ਮਨੁੱਖ ਇੱਛਾਵਾਂ ਮੰਗਦਾ ਰੱਬ ਦੇ ਅੱਗੇ ਉਹਨੂੰ ਮਿਲਦੀ ਨਹੀਂ। ਕਾਰਨ ਕੀ ਹੈ? ਉਹਦੀ ਉਨੀ ਯਥਾ ਨਹੀਂ, ਉਹਦਾ ਪਾਤਰ ਨਹੀਂ ਹੈ ਉਸ ਚੀਜ਼ ਦਾ। ਜਿਹੜੀ ਚੀਜ਼ ਮਨੁੱਖ ਮੰਗ ਰਿਹਾ ਹੁੰਦਾ ਉਹਦੀ ਪਾਤਰਤਾ ਉੱਡੀ ਵੱਡੀ ਨਹੀਂ ਹੁੰਦੀ। ਜਿਵੇਂ ਹੀ ਪਾਤਰਤਾ ਬਣ ਜਾਏਗੀ ਉਹਨੂੰ ਕਹਿਣ ਦੀ ਵੀ ਲੋੜ ਨਹੀਂ, ਆਪਣੇ ਆਪ ਹੀ ਮਿਲ ਜਾਏਗੀ। ਜਿਹੜੀਆਂ ਚੀਜ਼ਾਂ ਕਈ ਵਾਰੀ ਐਸੀਆਂ ਚੀਜ਼ਾਂ ਨੇ ਸਾਨੂੰ ਕਹਿਣ ਦੀ ਵੀ ਲੋੜ ਨਹੀਂ, ਆਪਣੇ ਆਪ ਹੀ ਮਿਲੀ ਜਾਂਦੀਆਂ ਨੇ। ਕਿਉਂ? ਪਾਤਰ ਹਾਂ ਉਸ ਚੀਜ਼ ਦੇ। ਹੁਣ ਜਿਵੇਂ ਆ ਸਤ ਸੰਗਤ ਹੈ, ਨਾਮ ਹੈ, ਇਹਦੀ ਪਾਤਰਤਾ ਜੇ ਨਹੀਂ ਵੀ ਹੈ ਫਿਰ ਅਰਦਾਸਾਂ ਕਰ ਕਰਕੇ ਪ੍ਰਮਾਤਮਾ ਕੋਲੋਂ ਮਨੁੱਖ ਨੂੰ ਲੈਣੀ ਚਾਹੀਦੀ ਹੈ। ਪ੍ਰਮਾਤਮਾ ਅੱਗੇ ਬੇਨਤੀ ਕਰਨੀ ਚਾਹੀਦੀ। ਮਹਾਰਾਜ ਬਾਣੀ 'ਚ ਕਹਿੰਦੇ ਨੇ ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਜੇ ਮੰਗਣਾ ਹੀ ਹੈ ਪਰਮਾਤਮਾ ਤੋਂ ਫਿਰ ਉਹਦਾ ਜਸ ਮੰਗਣਾ ਚਾਹੀਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ। ਗੁਰੂ ਜੀ ਕਿਰਪਾ ਕਰਨ, ਆਪ ਸਭ ਨੂੰ ਦੇਹ ਅਰੋਗਤਾ, ਨਾਮ ਦੀ ਦਾਤ ਬਖਸ਼ਣ, ਤਾਂ ਜੋ ਆਪ ਇਸੇ ਤਰੀਕੇ ਨਾਲ ਸਤ ਸੰਗਤ ਵਿੱਚ ਆ ਕੇ ਜੋ ਪਰਮ ਵਿਚਾਰ ਹਨ, ਸ੍ਰੇਸ਼ਟ ਵਿਚਾਰ ਹਨ, ਉਹਨਾਂ ਨੂੰ ਸ਼ਰਵਣ ਕਰਕੇ ਜ਼ਿੰਦਗੀ ਜਿਹੜੇ ਮਾਰਗ ਤੇ ਚੱਲ ਰਹੀ ਹੈ ਉਹਨੂੰ ਸਿੱਧੇ ਮਾਰਗ ਤੇ ਲਾ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।